ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪ੍ਰਵਿੰਦਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਸਰਕਾਰੀ ਸੰਪਤੀ ਦੀ ਸਿਆਸੀ ਲੁੱਟ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਤਜਰਬੇਕਾਰ ਪੱਤਰਕਾਰ ਚਰਨਜੀਤ ਭੁੱਲਰ। ਚਰਨਜੀਤ ਜੀ, ਤੁਹਾਡਾ ਸਵਾਗਤ ਹੈ। ਬੜੀ ਮਿਹਰਬਾਨੀ ਪ੍ਰਵਿੰਦਰ ਤੁਹਾਡੀ। ਪੰਜਾਬ 'ਚ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਪੂਰਾ ਸਿਖਰ 'ਤੇ ਹੈ ਅਤੇ ਭਾਜਪਾ ਆਪਣੇ ਚੋਣ ਦਫ਼ਤਰ ਖੋਲ੍ਹਣ ਲੱਗੀ ਹੋਈ ਹੈ। ਕਿਸਾਨ ਦਿੱਲੀ ਵੱਲ ਨੂੰ ਤਿਆਰ ਬੈਠੇ ਹਨ। ਤੁਸੀਂ ਸਾਨੂੰ ਇਹ ਦੱਸੋ ਵੀ ਭਾਜਪਾ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਸਾਡੇ ਲਈ ਚੁਣੌਤੀ ਬਣ ਗਿਆ ਜਾਂ ਉਹ ਇਹਦੀ ਪਰਵਾਹ ਨਹੀਂ ਕਰ ਰਹੀ? ਪਰਮਿੰਦਰ, ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਨੇ ਕੱਲ੍ਹ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਆਪਣੇ ਜਿਹੜੇ ਪਾਰਟੀ ਦਫ਼ਤਰ ਹੈ ਉਹਨਾਂ ਦਾ ਜਿਹੜਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਉਹ ਲਿਖਿਆ ਸੀ, ਅਤੇ ਪਰ ਕਿਸਾਨਾਂ ਦੇ ਵਿਰੋਧ ਸਦਕਾ ਜਿਹੜੇ ਉਹ ਪ੍ਰੋਗਰਾਮ ਹੈ ਜਿਹੜੇ ਕੱਲ੍ਹ ਦੇ ਰੱਦ ਹੋ ਗਏ, ਚਾਹੇ ਕਿ ਭਾਜਪਾ ਨੇ ਇਹਦੇ ਪਿੱਛੇ ਕੋਈ ਹੋਰ ਕਾਰਨ ਦੱਸਿਆ, ਕਿਉਂਕਿ ਬਠਿੰਡਾ ਦੇ ਵਿੱਚ ਵੀ ਵਿਰੋਧ ਹੋਇਆ ਔਰ ਸੰਗਰੂਰ ਦੇ ਵਿੱਚ ਵੀ ਵਿਰੋਧ ਹੋਇਆ ਸੰਕੇਤਕ ਤੌਰ 'ਤੇ ਕਿ ਅਸੀਂ ਕਿਸਾਨਾਂ ਨੇ ਦੱਸਿਆ ਕਿ ਅਸੀਂ ਭਾਜਪਾ ਦੀ ਜਿਹੜੀ ਮੂਵ ਹੈ ਉਹ ਸਾਨੂੰ ਪਸੰਦ ਨਹੀਂ, ਪਹਿਲਾਂ ਸਾਡੇ ਮਸਲੇ ਦਾ ਜਿਹੜਾ ਉਹ ਹੱਲ ਕੀਤਾ ਜਾਵੇ। ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਵੀ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ, ਪਹਿਲੀ ਗੱਲ ਤਾਂ ਇਹ ਕਿ ਭਾਜਪਾ ਦੀ ਜਿਹੜੀ ਟਾਈਮਿੰਗ ਹੈ ਉਹ ਬੜੀ ਗਲਤ ਕਿਸਮ ਦੀ ਹੈਗੀ ਹੈ। ਪੰਜਾਬ ਦੇ ਵਿੱਚ ਤਾਂ ਇੱਕ ਤਰ੍ਹਾਂ ਦਾ ਪੂਰਾ ਕਿਸਾਨ ਹੈ ਜਿਹੜੇ ਨਿੱਠ ਕੇ ਸੰਘਰਸ਼ ਦੇ ਵਿੱਚ ਉਤਰੇ ਹੋਏ ਨੇ ਔਰ ਦਿੱਲੀ ਜਾਣ ਦੀਆਂ ਤਿਆਰੀਆਂ 'ਚ ਜੁਟੇ ਹੋਏ ਨੇ, ਤਾਂ ਐਨ ਉਸ ਮੌਕੇ 'ਤੇ ਭਾਜਪਾ ਨੇ ਇਸ ਸਮੇਂ ਦੀ ਚੋਣ ਕੀਤੀ ਹੈ ਕਿ ਆਪਣੇ ਪਾਰਟੀ ਦਫ਼ਤਰ ਹੈ ਜਿਹੜੇ ਉਹਨਾਂ ਦੀ ਜਿਹੜੀ ਕੰਸਟਰਕਸ਼ਨ ਹੈ ਪੰਜਾਬ ਦੇ ਵਿੱਚ ਸ਼ੁਰੂ ਕਰਾਈ ਜਾਵੇ। ਤਾਂ ਇਹ ਤਾਂ ਉਸੇ ਤਰ੍ਹਾਂ ਹੀ ਗੱਲ ਹੋ ਗਈ ਪਰਮਿੰਦਰ, ਕਿ ਜਿਸ ਤਰ੍ਹਾਂ ਤੁਹਾਡੇ ਘਰ ਸੋਗ ਪਿਆ ਹੋਵੇ ਅਤੇ ਕੋਈ ਬਾਹਰੋਂ ਆ ਕੇ ਤੁਹਾਡੇ ਘਰ ਅੱਗੇ ਢੋਲ ਵਜਾਉਣਾ ਸ਼ੁਰੂ ਕਰ ਦੇ। ਇਹ ਸਾਡੇ ਨਾ ਪੰਜਾਬੀ ਕਲਚਰ ਦਾ ਹਿੱਸਾ ਹੈਗਾ ਅਤੇ ਨਾ ਹੀ ਸਾਡੀ ਸੰਸਕ੍ਰਿਤੀ ਦਾ ਕੋਈ ਪਾਰਟ ਹੈਗਾ ਇਹ। ਤਾਂ ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੈਗਾ ਪਰਮਿੰਦਰ ਕਿ ਮੌਕਾ ਕਿਉਂ ਚੂਜ਼ ਕੀਤਾ ਇਸ ਮੌਕੇ ਕਿਉਂ ਪਾਰਟੀ ਦਫ਼ਤਰ ਦੇ ਜਿਹੜੇ ਫਾਊਂਡੇਸ਼ਨ ਸਟੋਨ ਰੱਖਣ ਦਾ ਪ੍ਰੋਗਰਾਮ ਉਲੀਕਿਆ ਗਿਆ। ਉਹਦੇ ਵਿੱਚ ਸੈਂਟਰਲ ਲੀਡਰਸ਼ਿਪ ਹੈ ਜਿਹੜੀ ਭਾਜਪਾ ਦੀ, ਉਹ ਇੱਕ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਕਿਸੇ ਫੰਨੇ ਖਾਂ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਸਾਡੀ ਜਿਹੜੀ ਫਸਟ ਰਾਊਂਡ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਨਾਲ ਜਾਂ ਮੰਤਰੀਆਂ ਨਾਲ ਮੀਟਿੰਗ ਸੀ ਕਿਸਾਨ ਧਿਰਾਂ ਦੀ, ਉਹ ਬੇਸਿੱਟਾ ਨਿਕਲੀ ਹੈ, ਅਤੇ ਸੈਕਿੰਡ ਰਾਊਂਡ ਦੀ ਅਜੇ ਕੋਈ ਬਾਈ ਧਾਈ ਨਹੀਂ ਲੱਗ ਰਹੀ ਕਿ ਕਿਸਾਨ ਆਪਣੀ ਤਿਆਰੀ 'ਚ ਜੁਟੇ ਹੋਏ ਨੇ। ਤਾਂ ਇੱਕ ਮੈਸੇਜ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈਗਾ ਭਾਜਪਾ ਦੀ ਸੈਂਟਰਲ ਲੀਡਰਸ਼ਿਪ ਦਾ, ਉਹਨੂੰ ਦੇਖਦੇ ਲੱਗਦਾ ਉਹਦਾ ਹੀ ਪਰਛਾਵਾਂ ਇਹ ਪ੍ਰੋਗਰਾਮ ਨੇ। ਤਾਂ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਸੀਗੇ ਸਾਨੂੰ ਕਿਸੇ ਦੀ ਪਰਵਾਹ ਨਹੀਂ, ਅਤੇ ਪੰਜਾਬੀਆਂ ਨੂੰ ਵੀ ਕਿਸੇ ਦੀ ਪਰਵਾਹ ਨਹੀਂ ਕਰਦੇ ਛੇਤੀ ਕਿਤੇ। ਤਾਂ ਇਹਨਾਂ ਨੇ ਵੀ ਸੈਂਟਰਲ ਲੀਡਰਸ਼ਿਪ ਨੂੰ ਇੱਕ ਨਵੀਂ ਚੁਣੌਤੀ ਖੜੀ ਕੀਤੀ ਹੈ ਕਿ ਜਿਸ ਤਰ੍ਹਾਂ ਉਹ ਦਿੱਲੀ ਦੇ ਰਾਹ ਰੋਕਣ ਲਈ ਉਤਰੇ ਹੋਏ ਨੇ ਸੈਂਟਰ ਗੌਰਮੈਂਟ ਹੈ ਜਿਹੜੀ, ਔਰ ਜਿਹੜੀ ਸਾਡੀਆਂ ਕਿਸਾਨ ਧਿਰਾਂ ਹੈ ਇਹ ਇਸ ਗੱਲ ਲਈ ਵਜਿੱਦ ਹੈ ਕਿ ਅਸੀਂ ਦਿੱਲੀ ਦੇ ਵਿੱਚ ਇੰਟਰ ਹੋਵਾਂਗੇ। ਇੰਟਰ ਨਹੀਂ ਕੀਤਾ ਜਾਊਗਾ ਤਾਂ ਅਸੀਂ ਤੁਹਾਡੇ ਦਿੱਲੀ ਨੂੰ ਜਿਹੜੇ ਟੱਚ ਕਰਦੇ ਨੇ ਨੈਸ਼ਨਲ ਹਾਈਵੇ ਹੈ ਉਹਨਾਂ ਨੂੰ ਜਾਮ ਕਰ ਦਿੱਤਾ ਜਾਏਗਾ। ਤਾਂ ਇਹ ਆਪਾਂ ਅੱਜ ਆਪਣੇ ਦਰਸ਼ਕਾਂ ਨਾਲ ਪਰਮਿੰਦਰ ਕਿਸਾਨ ਅੰਦੋਲਨ 'ਤੇ ਆਪਾਂ ਰੋਜ਼ਾਨਾ ਚਰਚਾ ਕਰਦੇ ਹਾਂ, ਤਾਂ ਭਾਜਪਾ 'ਤੇ ਵੀ ਇਹਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ, ਕਿਉਂਕਿ ਕਿਸਾਨਾਂ ਦੇ ਨਿਸ਼ਾਨੇ 'ਤੇ ਭਾਜਪਾ ਹੈਗੀ ਹੈ ਔਰ ਭਾਜਪਾ ਨੇ ਇਸ ਕਿਸਮ ਦੇ ਖੇਤੀ ਕਾਨੂੰਨ ਬਣਾਏ ਨੇ ਜਿਨ੍ਹਾਂ ਨੇ ਸਾਡੀ ਕਿਸਾਨੀ ਦੀ ਜ਼ਿੰਦਗੀ ਹੈ ਉਹ ਲੀਹੋਂ ਲਾ ਦੇਣੀ ਹੈਗੀ ਹੈ। ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅੱਜ ਖੁਲਾਸਾ ਕਰਨਾ ਚਾਹਾਂਗੇ ਕਿ ਜਿਸ ਟਾਈਮ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਤਾਂ ਉਦੋਂ ਬੜਾ ਇੱਕ ਚੁੱਪ ਚਪੀਤੇ ਫੈਸਲਾ ਹੋਇਆ ਕਿ ਜਿਹੜਾ ਹੁਣ ਕੱਲ੍ਹ ਬੇਪਰਦ ਹੋਇਆ ਇੱਕ ਤਰੀਕੇ ਨਾਲ। ਠੀਕ ਹੈ, ਇੱਕ ਹਾਈ ਲੈਵਲ 'ਤੇ ਇਹਨਾਂ ਗੱਲਾਂ ਦਾ ਪਤਾ ਸੀਗਾ, ਪਰ ਭਾਜਪਾ ਔਰ ਅਕਾਲੀ ਦਲ ਨੂੰ ਗੌਰਮੈਂਟ ਲੈਂਡ ਹੈ ਜਿਹੜੀ ਉਹ ਕੌਡੀਆਂ ਦੇ ਭਾਅ ਤਕਰੀਬਨ 9-10 ਸਾਲ ਪਹਿਲਾਂ ਅਲਾਟ ਕਰ ਦਿੱਤੀ ਗਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ। ਉਹਨਾਂ ਅਲਾਟ ਕੀਤੀ ਲੈਂਡ 'ਤੇ ਹੀ ਜਿਹੜੀ ਭਾਜਪਾ ਨੇ ਕੱਲ੍ਹ ਫਾਊਂਡੇਸ਼ਨ ਸਟੋਨ ਹੈ ਜਿਹੜੇ ਉਹ ਰੱਖਣੇ ਸੀ, ਉੱਥੇ ਆਪਣੇ ਪਾਰਟੀ ਦਫ਼ਤਰ ਹੈ ਜਿਹੜੇ ਉਸਾਰਨੇ ਸੀ। ਤਾਂ ਅਸੀਂ ਇੱਕ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਗਰੀਬ ਲੋਕਾਂ ਲਈ ਜਾਂ ਦੂਸਰੇ ਜਿਨ੍ਹਾਂ ਕੋਲ ਕੋਈ ਘਰ ਨਹੀਂ ਹੈਗੇ ਬੇਘਰੇ ਲੋਕਾਂ ਲਈ ਸਾਡੇ ਕੋਲ ਓਰਾ ਜ਼ਮੀਨ ਦਾ ਵਾਧੂ ਨਹੀਂ ਫਾਲਤੂ ਸਰਕਾਰੀ ਦਾ, ਤਾਂ ਉਸ ਟਾਈਮ ਅਸੀਂ ਆਪਣੀ ਜਿਹੜੀ ਬਹੁ ਕੀਮਤੀ ਲੈਂਡ ਹੈ ਖਾਸ ਕਰਕੇ ਸ਼ਹਿਰੀ ਪ੍ਰੋਪਰਟੀ ਹੈ ਜਿਹੜੀ ਉਹ ਅਸੀਂ ਜਿਹੜੀਆਂ ਸਾਡੀਆਂ ਉਸ ਟਾਈਮ ਦੀਆਂ ਹੁਕਮਰਾਨ ਪਾਰਟੀਆਂ ਸੀ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਹੈ, ਉਹਨਾਂ ਨੂੰ ਆਪਣੀ ਪਾਰਟੀ ਦੇ ਦਫ਼ਤਰ ਬਣਾਉਣ ਲਈ ਦੇ ਦਿੱਤੀਆਂ ਗਈਆਂ। ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਪਰਮਿੰਦਰ ਜਲੰਧਰ ਦੇ ਵਿੱਚ, ਕਿਉਂਕਿ ਇੰਪਰੂਵਮੈਂਟ ਟਰਸਟ ਹੈ, ਜਿੰਨੇ ਵੀ ਉਹਨਾਂ ਦੀ ਸਰਕਾਰੀਆਂ ਸੰਪਤੀਆਂ ਟਾਈਮ ਟੂ ਟਾਈਮ ਅਕਵਾਇਰ ਕੀਤੀਆਂ ਹੋਈਆਂ ਪ੍ਰਾਪਰਟੀਆਂ ਉਹਨਾਂ ਕੋਲੇ ਪਈਆਂ ਨੇ, ਤੇ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਹੈ ਜਿਹੜੇ, ਉਹ ਮੋਸਟਲੀ ਭਾਜਪਾ ਦੇ ਆਗੂ ਹੀ ਲੱਗਦੇ ਨੇ। ਤਾਂ ਉਹਨਾਂ ਨੇ ਕੀ ਕੀਤਾ ਕਿ ਜਿਸ ਤਰ੍ਹਾਂ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਗੌਰਮੈਂਟ ਨੇ 2010 ਦੇ ਵਿੱਚ 4 ਕਨਾਲ ਹੈ ਜਿਹੜੀ ਉਹ ਲੈਂਡ ਉਹਨਾਂ ਨੂੰ ਪਾਰਟੀ ਦਾ ਦਫ਼ਤਰ ਬਣਾਉਣ ਲਈ ਦਿੱਤੀ, ਜ਼ਿਲ੍ਹਾ ਪੱਧਰ ਦਾ ਦਫ਼ਤਰ ਬਣਾਉਣ ਲਈ। ਇਸ ਤਰ੍ਹਾਂ ਹੀ ਭਾਜਪਾ ਨੂੰ 4 ਕਨਾਲ ਜਿਹੜੀ ਜ਼ਮੀਨ ਹੈ ਉਹ ਪਾਰਟੀ ਦਾ ਦਫ਼ਤਰ ਬਣਾਉਣ ਲਈ ਦਿੱਤੀ ਗਈ, ਕਿਉਂਕਿ ਉਸ ਟਾਈਮ ਪਰਮਿੰਦਰ ਇਹਨਾਂ ਨੇ ਇੱਕ ਪਾਲਿਸੀ ਬਣਾਈ ਸੀ 6 ਅਪ੍ਰੈਲ 2010 ਨੂੰ ਕਿ ਜਿਹੜੀਆਂ ਵੀ ਮਾਨਤਾ ਪ੍ਰਾਪਤ ਪਾਰਟੀਆਂ ਨੇ ਉਹਨਾਂ ਨੂੰ ਗੌਰਮੈਂਟ ਹੈ ਜਿਹੜੀ ਇੱਕ ਵਿਧੀ ਵਿਧਾਨ ਦੇ ਤਹਿਤ ਜ਼ਿਲ੍ਹਾ ਹੈੱਡਕੁਆਟਰ ਤੇ ਆਪਦੇ ਦਫ਼ਤਰ ਉਸਾਰਨ ਲਈ ਪ੍ਰਾਪਰਟੀ ਹੈ ਜਿਹੜੀ ਉਹ ਸਸਤੇ ਭਾਅ 'ਤੇ ਦੇਵੇਗੀ। ਜਿਸ ਤਰ੍ਹਾਂ ਜਲੰਧਰ ਵਾਲੀ ਪ੍ਰਾਪਰਟੀ ਦੀ ਆਪਾਂ ਗੱਲ ਕਰਦੇ ਹਾਂ, ਉਸ ਪ੍ਰਾਪਰਟੀ ਦਾ ਜਿਹੜਾ ਕਲੈਕਟਰ ਰੇਟ ਸੀ ਉਸ ਟਾਈਮ ਦਾ, ਮਾਰਕੀਟ ਰੇਟ ਨਹੀਂ, ਕਲੈਕਟਰ ਰੇਟ ਸੀ ਜਿਹੜਾ ਸਰਕਾਰੀ ਰੇਟ, ਉਹ ਤੋਂ 4 ਗੁਣਾ ਘੱਟ ਰੇਟ ਤੇ ਇਹ ਜ਼ਮੀਨ ਹੈ ਜਿਹੜੀ ਉਹਨਾਂ ਨੂੰ ਅਲਾਟ ਕੀਤੀ ਗਈ ਸੀ। ਹਾਲਾਂਕਿ ਭਾਜਪਾ ਕੋਲੇ ਜਾਂ ਸ਼੍ਰੋਮਣੀ ਅਕਾਲੀ ਦਲ ਕੋਲੇ ਜਾਂ ਪਾਰਟੀਆਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਇਸ ਟਾਈਮ ਆਲ ਓਵਰ ਇੰਡੀਆ ਦੇ ਵਿੱਚ ਸਭ ਤੋਂ ਜਿਹੜੀ ਅਮੀਰ ਪਾਰਟੀ ਆ ਉਹ ਭਾਜਪਾ ਬਣ ਚੁੱਕੀ ਹੈ, ਔਰ ਸਭ ਤੋਂ ਵੱਧ ਜਿਹੜਾ ਚੰਦਾ ਮਿਲ ਰਿਹਾ ਹੈ ਉਹ ਵੀ ਭਾਜਪਾ ਨੂੰ ਮਿਲ ਰਿਹਾ ਹੈ, ਚਾਹੇ ਚੋਣਾਂ ਦਾ ਟਾਈਮ ਹੋਵੇ ਚਾਹੇ ਰੂਟੀਨ ਦਾ ਸਟੇਟ ਇਲੈਕਸ਼ਨ ਦਾ ਟਾਈਮ ਹੋਵੇ। ਚੰਦੇ ਦੇ ਮਾਮਲੇ ਤੇ ਜਿਹੜੇ ਨੰਬਰ ਬਣਿਆ ਉਹ ਭਾਜਪਾ ਹੈਗੀ ਹੈ। ਉਸ ਤੋਂ ਬਾਅਦ ਆਪਾਂ ਅੱਗੇ ਦੇਖੀਏ ਦੁਆਬੇ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਉਸ ਟਾਈਮ ਦੀ ਗੱਠਜੋੜ ਸਰਕਾਰ ਨੇ ਜਿਹੜੀ ਭਾਜਪਾ ਦਾ ਪਾਰਟੀ ਦਫ਼ਤਰ ਬਣਾਉਣ ਲਈ ਜਿਹੜੀ 750 ਏਕੜ ਜ਼ਮੀਨ ਹੈ ਜਿਹੜੀ, ਉਹ ਸੌਰੀ 750 ਏਕੜ 750 ਕਨਾਲ ਜਿਹੜੀ ਵਰਗ ਗਜ ਜ਼ਮੀਨ ਹੈ ਜਿਹੜੀ ਉਹ ਦਿੱਤੀ। ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੇ ਜਿਹੜੀ 750 ਵਰਗ ਗਜ ਜਿਹੜੀ ਜ਼ਮੀਨ ਹੈ ਪਾਰਟੀ ਦਫ਼ਤਰ ਬਣਾਉਣ ਲਈ ਦਿੱਤੀ ਗਈ। ਅਕਾਲੀ ਦਲ ਨੂੰ 21 ਲੱਖ 'ਚ ਦੇ ਦਿੱਤੀ ਪ੍ਰਾਪਰਟੀ ਉਹ, ਤੇ ਭਾਜਪਾ ਨੂੰ ਉਹ 24 ਲੱਖ 'ਚ ਪ੍ਰਾਪਰਟੀ ਦਿੱਤੀ ਗਈ, 4 ਗੁਣਾ ਰੇਟ ਘਟਾ ਕੇ ਕਲੈਕਟਰ ਰੇਟ ਤੋਂ। ਇਸੇ ਤਰ੍ਹਾਂ ਹੀ ਜਿੱਥੇ ਕੱਲ੍ਹ ਬਠਿੰਡਾ ਦੇ ਵਿੱਚ ਰੌਲਾ ਪਿਆ ਹੈਗਾ, ਤਾਂ ਉੱਥੇ ਇੱਕ ਮਾਲ ਹੈਗਾ ਕਿਸੇ ਪ੍ਰਾਈਵੇਟ ਅਦਾਰੇ ਦਾ, ਤਾਂ ਉਹ ਉੱਥੇ ਬਿਲਕੁਲ ਨਜ਼ਦੀਕ ਜਿੱਥੇ ਬਹੁਤ ਕੀਮਤੀ ਰੇਟ ਹੈ, ਜਿੱਥੇ 35,000 ਪ੍ਰਤੀ ਗਜ਼ ਦਾ ਰੇਟ ਹੈਗਾ, ਉੱਥੇ ਭਾਜਪਾ ਨੂੰ ਉਹਨਾਂ ਟਾਈਮਾਂ 2011 ਦੇ ਵਿੱਚ ਉੱਥੇ ਤਕਰੀਬਨ 750 ਗਜ਼ ਦੇ ਕਰੀਬ ਜਗ੍ਹਾ ਦਿੱਤੀ ਗਈ। ਤਾਂ ਇਹ ਕਿਹਾ ਜਾਂਦਾ ਕਿ ਭਾਜਪਾ ਨੂੰ ਉਸ ਪ੍ਰਾਪਰਟੀ ਦੇ ਨਾਲ 2.25 ਕਰੋੜ ਰੁਪਏ ਦਾ ਫਾਇਦਾ ਹੋਇਆ, ਕਿ ਜਿਹੜੀ ਪ੍ਰਾਪਰਟੀ 2000 ਰੁਪਏ ਗਜ਼ ਅਲਾਟ ਕੀਤੀ ਗਈ ਭਾਜਪਾ ਨੂੰ ਦਫ਼ਤਰ ਬਣਾਉਣ ਲਈ, ਉਸ ਪ੍ਰਾਪਰਟੀ ਦਾ ਰੇਟ ਉਹਨਾਂ ਟਾਈਮਾਂ ਦੇ ਵਿੱਚ 35,000 ਰੁਪਏ ਗਜ਼ ਸੀ। ਤਾਂ ਦੇਖ ਲਓ ਤੁਸੀਂ ਕਿੰਨਾ ਫਾਇਦਾ ਹੋਏਗਾ। ਤਾਂ ਇਹਦੇ ਨਾਲ ਜਿਹੜੀ ਇਸ ਵੰਡ 'ਚ, ਰਿਉੜੀ ਵੰਡ 'ਚ ਆਪਾਂ ਕਹਿ ਲਈਏ, ਸ਼੍ਰੋਮਣੀ ਅਕਾਲੀ ਦਲ ਨੂੰ 4000 ਗਜ਼, ਕੋਈ ਛੋਟੀ ਨਹੀਂ ਹੁੰਦੀ, 4000 ਗਜ਼ ਜਗ੍ਹਾ ਜਿਹੜੀ ਦਿੱਤੀ ਗਈ, ਤਾਂ ਉਹਦਾ ਮਾਰਕੀਟ ਰੇਟ ਉਸ ਟਾਈਮ ਜਿਸ ਟਾਈਮ ਅਲਾਟ ਕੀਤੀ ਗਈ ਸੀ ਉਹ ਤਕਰੀਬਨ 7 ਕਰੋੜ ਰੁਪਇਆ ਬਣਦਾ ਸੀ ਮਾਰਕੀਟ ਰੇਟ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਪ੍ਰਾਪਰਟੀ ਸਿਰਫ 46 ਲੱਖ ਦੇ ਵਿੱਚ ਦਿੱਤੀ ਗਈ ਆਪਣਾ ਪਾਰਟੀ ਦਫ਼ਤਰ ਉਸਾਰਨ ਦੇ ਲਈ। ਅੱਗੇ ਚੱਲੀਏ ਤਾਂ ਆਪਾਂ ਸੰਗਰੂਰ ਦੇਖੀਏ, ਜਿੱਥੇ ਕੱਲ੍ਹ ਵਿਰੋਧ ਹੋਇਆ ਇਹਨਾਂ ਦੇ ਨੀਂਹ ਪੱਥਰ ਸਮਾਗਮਾਂ ਦਾ, ਉੱਥੇ ਵੀ ਤਕਰੀਬਨ ਮਤਲਬ 700 ਗਜ਼ ਲੈਂਡ ਹੈ ਜਿਹੜੀ ਉਹ ਭਾਜਪਾ ਨੂੰ ਪਾਰਟੀ ਦਫ਼ਤਰ ਬਣਾਉਣ ਲਈ ਦਿੱਤੀ ਗਈ, ਔਰ ਜਿਹਦੀ ਕੀਮਤ ਸਿਰਫ 12 ਲੱਖ ਰੁਪਏ ਵਸੂਲੀ ਗਈ। ਇਸ ਤੋਂ ਇਲਾਵਾ ਪਰਮਿੰਦਰ, ਜਿਸ ਤਰ੍ਹਾਂ ਲੁਧਿਆਣੇ ਵਰਗਾ ਸ਼ਹਿਰ ਹੈਗਾ, ਉੱਥੇ ਵੀ ਇੰਪਰੂਵਮੈਂਟ ਟਰਸਟ ਨੇ ਜਿਹੜਾ ਭਾਜਪਾ ਨੂੰ ਪਲਾਟ ਦਿੱਤਾ ਵੱਡਾ ਰਿਆਇਤੀ ਦਰਾਂ 'ਤੇ। ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੂੰ ਜਿਹੜੀ ਪਾਰਟੀ ਦਫ਼ਤਰ ਲਈ ਜਗ੍ਹਾ ਦਿੱਤੀ ਗਈ। ਪਠਾਨਕੋਟ ਦੇ ਵਿੱਚ ਵੀ ਇੱਕ ਪਲਾਟ ਹੈ ਜਿਹੜਾ ਉਹ ਦੇਣ ਲਈ ਮਤਾ ਪਾਸ ਉੱਥੋਂ ਦੀ ਇੰਪਰੂਵਮੈਂਟ ਟਰਸਟ ਨੇ ਕੀਤਾ ਸੀਗਾ। ਇਸੇ ਤਰ੍ਹਾਂ ਹੀ ਆਪਾਂ ਇੱਧਰ ਬਰਨਾਲਾ ਦੇ ਵਿੱਚ ਦੇਖ ਲਓ, ਬਰਨਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੋਹਾਂ ਨੂੰ ਪਲਾਟ ਦੇਣ ਲਈ ਇੰਪਰੂਵਮੈਂਟ ਟਰਸਟ ਨੇ ਉਸ ਟਾਈਮ ਮਤਾ ਪਾਸ ਕਰ ਦਿੱਤਾ ਸੀ, ਪਰ ਉੱਥੇ ਰੌਲਾ ਪੈ ਗਿਆ। ਫਿਰ ਅਲਟਰਨੇਟਿਵ ਵਜੋਂ ਹੁਣ ਭਾਜਪਾ ਨੇ ਉੱਥੇ ਇੱਕ ਪ੍ਰਾਈਵੇਟ ਜਗ੍ਹਾ ਜਿਹੜੀ ਉਹ ਪਰਚੇਜ਼ ਕੀਤੀ ਹੈਗੀ ਹੈ। ਇਸ ਤਰ੍ਹਾਂ ਬਾਕੀ ਥਾਵਾਂ 'ਤੇ ਵੀ ਕੁਝ ਥਾਵਾਂ 'ਤੇ ਜਿੱਥੇ ਇਹਨਾਂ ਨੂੰ ਪ੍ਰੋਪਰਟੀ ਨਹੀਂ ਮਿਲੀ ਭਾਜਪਾ ਨੂੰ ਪਾਰਟੀ ਦਫ਼ਤਰ ਬਣਾਉਣ ਲਈ, ਉੱਥੇ ਇਹਨਾਂ ਨੇ ਪ੍ਰਾਈਵੇਟ ਲੈਂਡ ਲੈ ਕੇ ਪਰਚੇਜ਼ ਕੀਤੀ ਹੈ ਤਕਰੀਬਨ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ। ਇਸ ਤਰ੍ਹਾਂ ਫਗਵਾੜਾ ਦੀ ਗੱਲ ਕਰੀਏ, ਆਪਾਂ ਫਰੀਦਕੋਟ ਦੀ ਗੱਲ ਕਰੀਏ, ਫਰੀਦਕੋਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਲਾਟ ਦੇਣ ਲਈ ਰਿਆਇਤੀ ਦਰ 'ਤੇ, ਔਰ ਫਗਵਾੜਾ ਦੇ ਵਿੱਚ ਭਾਜਪਾ ਨੂੰ ਰਿਆਇਤੀ ਦਰ 'ਤੇ ਪਲਾਟ ਦੇਣ ਲਈ ਜਿਹੜੇ ਉੱਥੋਂ ਦੀ ਇੰਪਰੂਵਮੈਂਟ ਟਰਸਟ ਨੇ ਮਤੇ ਪਾਸ ਕਰਤੇ ਸੀ। ਇਹ ਵੱਖਰੀ ਗੱਲ ਹੈ ਕਿ ਕੁਝ ਥਾਵਾਂ 'ਤੇ ਜਿਹੜੇ ਮਤੇ ਆ ਇਹ ਜਿਹੜੇ ਉਹ ਪ੍ਰਵਾਨ ਨਹੀਂ ਚੜ੍ਹੇ,
ਗੱਲ ਸਿਰੇ ਨਹੀਂ ਲੱਗ ਸਕੀ। ਲੋਕਾਂ ਨੇ ਜਦੋਂ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਥੋੜ੍ਹਾ ਬਹੁਤਾ ਰੌਲਾ ਪਾਇਆ, ਖਾਸ ਕਰਕੇ ਕਾਂਗਰਸ ਪਾਰਟੀ ਨੇ ਉਦੋਂ ਆਪੋਜੀਸ਼ਨ ਦੇ ਵਿੱਚ ਸੀ, ਰੌਲਾ ਪਾਇਆ। ਤਾਂ ਇਹ ਪਰਮਿੰਦਰ ਇਹਦੇ ਵਿੱਚੋਂ ਇੱਕ ਗੱਲ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਜਦੋਂ ਇਹਨਾਂ ਦੀ ਆਪਣੀ ਵਾਰੀ ਆਉਂਦੀ ਹੈ ਸੱਤਾਧਾਰੀਆਂ ਲੋਕਾਂ ਦੀ, ਪਾਰਟੀਆਂ ਦੀ, ਤਾਂ ਉਹ ਉਦੋਂ ਕੋਈ ਵਿਧੀ ਵਿਧਾਨ ਨਹੀਂ ਦੇਖਿਆ ਜਾਂਦਾ। ਉਦੋਂ ਹੱਥੋਂ ਹੱਥ ਚੁੱਪ ਚਪੀਤੇ ਰਾਤੋਂ ਰਾਤ ਹੈ ਜਿਹੜੀ ਅਲਾਟਮੈਂਟ ਹੈ ਜ਼ਮੀਨਾਂ ਦੀ ਹੋ ਜਾਂਦੀ ਹੈ, ਚਾਹੇ ਉਹ ਪਾਰਟੀ ਦਫ਼ਤਰ ਬਣਾਉਣਾ ਹੋਵੇ, ਚਾਹੇ ਕੋਈ ਹੋਰ ਸਿਆਸੀ ਫਾਇਦੇ ਲਈ ਕੋਈ ਕੰਮ ਅਰਮਣਾ ਹੋਵੇ। ਨੈਸ਼ਨਲ ਲੈਵਲ 'ਤੇ ਇੱਕ ਪੈਟਰਨ ਬਣਿਆ ਹੋਇਆ ਹੈਗਾ ਪਾਰਟੀਆਂ ਦਾ। ਦਿੱਲੀ ਦੇ ਵਿੱਚ ਵੀ ਜਿਹੜੀ ਸੈਂਟਰ ਗੌਰਮੈਂਟ ਹੈ ਉਹ ਸਾਰੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਜਗ੍ਹਾ ਅਲਾਟ ਕਰਦੀ ਹੈ, ਕਈਆਂ ਦੀਆਂ ਐਪਲੀਕੇਸ਼ਨਾਂ ਗਈਆਂ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਲੀ ਦੇ ਵਿੱਚ ਆਖਿਆ ਕਿ ਸਾਨੂੰ ਵੀ ਜਿਹੜੀ ਜਗ੍ਹਾ ਹੈ ਉਹ ਦਿੱਤੀ ਜਾਵੇ। ਇਹ ਵੱਖਰੀ ਗੱਲ ਹੈ ਕਿ ਇਹਨਾਂ ਨੂੰ ਅਜੇ ਦਿੱਲੀ ਦੇ ਵਿੱਚ ਦਫ਼ਤਰ ਬਣਾਉਣ ਲਈ ਅਕਾਲੀ ਦਲ ਨੂੰ ਜਗ੍ਹਾ ਹੈ ਜਿਹੜੀ ਉਹ ਨਹੀਂ ਮਿਲੀ। ਤਾਂ ਅਸੀਂ ਚਾਹੀਦਾ ਤਾਂ ਇਹ ਸੀਗਾ ਕਿ ਵੀ ਜਿਸ ਤਰ੍ਹਾਂ ਨੈਸ਼ਨਲ ਲੈਵਲ 'ਤੇ ਇੱਕ ਪੈਟਰਨ ਬਣਿਆ, ਫਾਰਮੂਲਾ ਬਣਿਆ, ਉਸ ਫਾਰਮੂਲੇ ਤਹਿਤ ਅਲਾਟਮੈਂਟ ਹੁੰਦੀ, ਪਰ ਇਹਨਾਂ ਨੇ ਸਾਰੀ ਚੀਜ਼ ਕਿਸੇ ਚੀਜ਼ ਦੀ ਜਿਹੜੀ ਭਾਫ ਨਹੀਂ ਬਾਹਰ ਨਿਕਲਣ ਦਿੱਤੀ ਅਤੇ ਆਪਣੀ ਜਿਹੜੀ ਝੋਲੀ ਹੈ ਉਹ ਭਰ ਲਈ ਹੈਗੀ ਹੈ। ਜਿਸ ਤਰ੍ਹਾਂ ਕਮਿਊਨਿਸਟ ਪਾਰਟੀਆਂ ਨੇ, ਜਿਸ ਤਰ੍ਹਾਂ CPI ਹੈ, CPI ਨੇ ਪਰਮਿੰਦਰ ਬੜੇ ਪੁਰਾਣੇ ਟਾਈਮਾਂ ਤੋਂ 65 ਤੋਂ ਬਾਅਦ 71 ਦੇ ਵਿੱਚ, ਕਿਤੇ 64 ਦੇ ਵਿੱਚ, ਕਿਤੇ 82 ਦੇ ਵਿੱਚ, ਇਹਨਾਂ ਨੇ ਆਪਣੀ ਸਾਰੀ ਜਗ੍ਹਾ ਜਿੱਥੇ ਵੀ ਇਹਨਾਂ ਦੇ ਦਫ਼ਤਰ ਹੈਗੇ ਪੰਜਾਬ ਦੇ ਵਿੱਚ CPI ਦੇ ਜਾਂ CPM ਦੇ, ਇਹਨਾਂ ਨੇ ਆਪ ਪਰਚੇਜ਼ ਕੀਤੀ ਹੈ ਲੈਂਡ। ਹਾਲਾਂਕਿ ਇਹਨਾਂ ਨੂੰ ਗਰੀਬ ਪਾਰਟੀ ਗਿਣਿਆ ਜਾਂਦਾ ਹੈ, ਇਹਨਾਂ ਨੂੰ ਬਹੁਤਾ ਚੰਦਾ ਵੀ ਨਹੀਂ ਮਿਲਦਾ, ਪਰ ਇਹਨਾਂ ਨੇ ਟੋਟਲੀ ਜਿੰਨੇ ਵੀ ਦਫ਼ਤਰ ਬਣਾਏ ਆ ਪੰਜਾਬ ਦੇ ਵਿੱਚ ਸ਼ਹਿਰੀ ਏਰੀਏ ਦੇ ਵਿੱਚ, ਜਿਸ ਤਰ੍ਹਾਂ ਉੱਧਰ ਅਰਸ਼ੀ ਸਾਹਿਬ ਨੇ, ਆਪਣੇ ਹਰਦੇਵ ਅਰਸ਼ੀ MLA ਰਹੇ ਨੇ CPI ਦੇ, ਉਹਨਾਂ ਨੇ ਬੁਢਲਾਡੇ ਦੇ ਵਿੱਚ ਦਫ਼ਤਰ ਬਣਾਇਆ ਸੀਗਾ, ਮਾਨਸਾ ਦੇ ਵਿੱਚ ਬਣਾਇਆ, ਸਾਡੇ ਬਠਿੰਡੇ 1971 ਦੇ ਵਿੱਚ ਕਮਿਊਨਿਸਟਾਂ ਨੇ ਖੁਦ ਮਤਲਬ ਪਰਚੇਜ਼ ਕਰਕੇ ਸ਼ਹਿਰੀ ਏਰੀਏ 'ਚ ਆਪਣਾ ਦਫ਼ਤਰ ਬਣਾਇਆ ਸੀਗਾ। ਔਰ ਰਾਮਪੁਰਾ ਫੂਲ ਦੀ ਬੜੀ ਇੰਟਰਸਟਿੰਗ ਐਗਜ਼ਾਮਪਲ ਹੈਗੀ ਹੈ। ਉੱਥੇ ਮਾਸਟਰ ਬਾਬੂ ਸਿੰਘ CPI ਦੇ ਹੁਣ ਨਹੀਂ ਰਹੇ, ਕਾਫੀ ਦੇਰ ਪਹਿਲਾਂ ਗੁਜ਼ਰ ਗਏ ਸੀਗੇ, ਕਈ ਦਫਾ ਉਹ MLA ਬਣਦੇ ਰਹੇ ਰਾਮਪੁਰਾ ਫੂਲ ਹਲਕੇ ਤੋਂ। ਉਹਨਾਂ ਦੀ ਯਾਦ ਦੇ ਵਿੱਚ ਉੱਥੇ ਕਮਿਊਨਿਸਟਾਂ ਨੇ ਇੱਕ ਆਪਣਾ ਭਵਨ ਹੈ ਜਿਹੜਾ ਰਾਮਪੁਰਾ ਫੂਲ 'ਚ ਉਸਾਰਿਆ ਹੋਇਆ। ਉੱਥੇ ਇੱਕ ਪ੍ਰਿੰਸੀਪਲ ਸੀ, ਉਹ ਵੀ ਹੁਣ ਇਸ ਵੇਲੇ ਦੁਨੀਆ 'ਚ ਨਹੀਂ ਰਹੇ, ਪ੍ਰਿੰਸੀਪਲ ਕਰਮ ਸਿੰਘ ਗਰੇਵਾਲ। ਮੈਂ ਖੁਦ, ਕਿਉਂਕਿ ਮੈਂ ਪੱਤਰਕਾਰਤਾ ਆਪਣੀ ਰਾਮਪੁਰਾ ਫੂਲ ਤੋਂ ਸ਼ੁਰੂ ਕੀਤੀ ਹੈ 98 ਦੇ ਵਿੱਚ, ਮੈਂ ਦੇਖਦਾ ਰਿਹਾ ਕਿ ਉਹ ਮਾਸਟਰ ਕਰਮ ਸਿੰਘ ਗਰੇਵਾਲ ਸਾਈਕਲ ਹੁੰਦਾ ਸੀ ਉਹਨਾਂ ਕੋਲੇ, ਜਦੋਂ ਉਹਨਾਂ ਦੀ ਡਿਊਟੀ ਖਤਮ ਹੁੰਦੀ ਉਦੋਂ ਡੋਰ ਟੂ ਡੋਰ ਜਾ ਕੇ 10-10 ਰੁਪਏ ਇਕੱਠੇ ਕਰਦੇ ਸੀ। ਉਹਨਾਂ ਨੇ ਇੱਕ ਉੱਥੇ ਪਾਰਟੀ ਦਾ ਦਫ਼ਤਰ ਹੈ ਜਿਹੜਾ ਉਸਾਰਿਆ, ਔਰ ਉਹਨਾਂ ਨੇ ਕਿਤੋਂ ਵੀ ਗੌਰਮੈਂਟ ਦੀ ਕੋਈ ਲੈਂਡ ਜਾਂ ਗੌਰਮੈਂਟ ਦੀ ਕੋਈ ਮਦਦ ਹੈ ਜਿਹੜੀ ਨਹੀਂ ਲਈ। ਤਾਂ ਇਸ ਤਰ੍ਹਾਂ ਦਾ ਜਦੋਂ ਚੱਲ ਰਿਹਾ, ਆਮ ਆਦਮੀ ਪਾਰਟੀ ਹੈਗੀ ਹੈ, ਇਹਨਾਂ ਕੋਲ ਤਾਂ ਕਿਤੇ ਦਫ਼ਤਰ ਲਈ ਆਪਣੀ ਜਗ੍ਹਾ ਨਹੀਂ। ਜੇ ਨਵੀਆਂ ਪਾਰਟੀਆਂ ਨੇ, ਚਾਹੇ ਉਹ ਬੈਂਸ ਦਾ ਧੜਾ ਹੈ, ਚਾਹੇ ਉਹ ਖਹਿਰਾ ਦਾ ਧੜਾ ਹੈ, ਚਾਹੇ ਦੂਸਰੀਆਂ ਪਾਰਟੀਆਂ, ਇਹਨਾਂ ਕੋਲ ਹੀ ਕਿਤੇ ਨਹੀਂ। ਚਾਹੀਦਾ ਤਾਂ ਪਰਮਿੰਦਰ ਇਹ ਸੀ, ਪਹਿਲੀ ਗੱਲ ਤਾਂ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਕਿਸੇ ਵੀ ਰਿਆਇਤੀ ਦਰ 'ਤੇ ਕੋਈ ਦਫ਼ਤਰ ਹੈ ਜਿਹੜੇ ਮਿਲਣੇ ਨਹੀਂ, ਜਗ੍ਹਾ ਨਹੀਂ ਮਿਲਣੀ ਚਾਹੀਦੀ, ਜ਼ਮੀਨ ਨਹੀਂ ਮਿਲਣੀ ਚਾਹੀਦੀ। ਕਿਉਂਕਿ ਹੁਣ ਤਾਂ ਸਾਰੀਆਂ ਦੇਖੋ ਚੋਣਾਂ ਦਾ ਜਿਹੜਾ ਕੰਮ ਹੈ ਹੁਣ ਤਾਂ ਧਨਾੜ ਲੋਕਾਂ ਦਾ ਰਹਿ ਗਿਆ। ਆਮ ਬੰਦਾ ਇਹਦੇ ਵਿੱਚ ਜਿਹੜਾ ਹੈਗਾ ਉਹ ਸੁਪਨਾ ਜਿਹੜਾ ਨਹੀਂ ਲੈ ਸਕਦਾ ਇਲੈਕਸ਼ਨ ਲੜਨ ਦਾ, ਅਤੇ ਇਹਨਾਂ ਨੂੰ ਮੋਟਾ ਚੰਦਾ ਮਿਲਦਾ ਹੈਗਾ। ਪਹਿਲੀ ਗੱਲ, ਇਸ ਕਿਸਮ ਦੀ ਕੋਈ ਸਕੀਮ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਨੂੰ ਰਿਆਇਤੀ ਦਰਾਂ 'ਤੇ ਕੁਝ ਦਿੱਤਾ ਜਾਵੇ, ਕਿਉਂ ਇਹ ਗਰੀਬ ਨੇ। ਤਾਂ ਸੈਕਿੰਡ ਗੱਲ ਪਰਮਿੰਦਰ ਇਹ ਹੈਗੀ ਹੈ, ਜੇ ਕੋਈ ਬਣਦਾ ਵੀ ਹੈ ਤਾਂ ਉਹਦਾ ਪ੍ਰੋਪਰ ਇੱਕ ਵਿਧੀ ਵਿਧਾਨ ਹੋਣਾ ਚਾਹੀਦਾ ਹੈ। ਤੁਸੀਂ ਇੱਕ ਪਬਲਿਕ ਨੋਟਿਸ ਦਿਓ ਕਿ ਸਰਕਾਰ ਦੀ ਇਹ ਪਾਲਿਸੀ ਹੈਗੀ ਹੈ, ਅਸੀਂ ਇਹ ਪਾਰਟੀਆਂ ਨੂੰ, ਮਾਨਤਾ ਪ੍ਰਾਪਤ ਪਾਰਟੀਆਂ ਨੂੰ ਜਗ੍ਹਾ ਦੇਵਾਂਗੇ, ਤੁਹਾਨੂੰ ਅਪਲਾਈ ਕਰਨ ਦਾ ਇੰਨਾ ਸਮਾਂ ਹੈਗਾ, ਫਿਰ ਤੁਸੀਂ ਇੰਨੇ ਟਾਈਮ ਦੇ ਵਿੱਚ ਇਸ ਰੇਟ 'ਤੇ ਤੁਹਾਨੂੰ ਜਗ੍ਹਾ ਅਲਾਟ ਹੋਏਗੀ। ਉਹ ਜਗ੍ਹਾ ਕਿੰਨੀ ਹੋਏਗੀ ਹੁਣ ਵੀ ਕੋਈ ਫਾਰਮੂਲਾ ਨਹੀਂ, ਕਿਤੇ 4000 ਗਜ਼ ਦੇਤੀ, ਕਿਤੇ 200 ਗਜ਼ ਦੇਤੀ, ਕਿਤੇ 700 ਗਜ਼ ਦੇਤੀ। ਇੱਕ ਯੂਨੀਫਾਰਮਿਟੀ ਹੋਣੀ ਚਾਹੀਦੀ ਹੈਗੀ ਹੈ। ਅਤੇ ਉਹਦਾ ਨੋਟਿਸ ਫਿਰ ਉਹ ਇਹ ਹੈ ਕਿ ਜਿਵੇਂ ਹੁਣ 2011 'ਚ ਅਲਾਟ ਹੋਈ ਬਠਿੰਡੇ ਦੇ ਵਿੱਚ ਜਗ੍ਹਾ, ਅਤੇ ਦਫ਼ਤਰ ਬਣਾਉਣਾ ਸ਼ੁਰੂ ਕੀਤਾ ਹੁਣ 9 ਸਾਲ। ਪੂਡਾ ਦਾ ਕਿਤੇ ਵੀ ਇੱਦਾਂ ਦਾ ਵਿਧਾਨ ਨਹੀਂ, ਤੁਸੀਂ ਪ੍ਰਾਈਵੇਟ ਘਰ ਬਣਾਉਣਾ ਹੋਵੇ ਪੂਡਾ ਦੀ ਜਗ੍ਹਾ 'ਚ ਤਾਂ 3 ਸਾਲਾਂ ਬਾਅਦ ਉਹ ਜਿਹੜੇ ਤੁਹਾਨੂੰ, ਜੇ ਉਸਾਰੀ ਨਹੀਂ ਕਰਦੇ, ਤੁਹਾਨੂੰ ਜੁਰਮਾਨੇ ਪਾਉਣੇ ਸ਼ੁਰੂ ਕਰ ਦਿੰਦੇ ਨੇ। ਇਸ ਕਿਸਮ ਦਾ ਵੀ ਕੋਈ ਵਿਧਾਨ ਹੋਣਾ ਚਾਹੀਦਾ ਹੈ। ਉੱਥੇ ਕਮਰਸ਼ੀਅਲ ਐਕਟੀਵਿਟੀ ਨਾਲ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਪ੍ਰੋਪਰ, ਕਿ ਕਮਰਸ਼ੀਅਲ ਐਕਟੀਵਿਟੀ ਨਾ ਹੋਵੇ, ਉਹ ਵੀ ਵਿਧਾਨ ਹੋਣਾ ਚਾਹੀਦਾ ਹੈ। ਤਾਂ ਫਿਰ ਹੀ ਇੱਦਾਂ ਦੀ ਕੋਈ ਦਿੱਤਾ। ਪਰ ਇਹ ਤਾਂ ਇਹ ਹੈ ਵੀ ਅੰਨੀ ਲੁੱਟ ਪਈ ਸੀ, ਇਹਨਾਂ ਨੇ ਚੁੱਪ ਚੁਪੀਤੇ ਆਪਣਿਆਂ ਲਈ ਜਿਹੜੇ ਹੈਗੀਆਂ ਦਫ਼ਤਰਾਂ ਲਈ ਜ਼ਮੀਨਾਂ ਜਿਹੜੀਆਂ ਅਲਾਟ ਕਰ ਲਈ। ਪਰ ਆਪਣੇ ਲਈ ਤਾਂ ਚੋਰ ਮੋਰੀਆਂ ਰੱਖ ਹੀ ਲੈਂਦੇ ਨੇ ਨਾ ਇਹ ਵਿਧਾਨਾਂ 'ਚ। ਅਤੇ ਦੂਸਰਾ, ਭਾਜਪਾ ਨੇ ਜਿਹੜੀ ਚੋਣਾਂ ਦੀ ਤਿਆਰੀ ਹੈ ਇਹ ਹੁਣੀ ਕੀਤੀ ਹੈ ਜਾਂ ਇਹਨਾਂ ਦਾ ਪ੍ਰੀ ਪਲਾਨ ਸੀਗਾ ਸਾਰਾ ਕੁਛ? ਇਹ 'ਚ ਪਰਮਿੰਦਰ ਇਹ ਹੈ ਵੀ ਦੇਖਣ ਨੂੰ ਤਾਂ ਸਾਨੂੰ ਇਹ ਲੱਗਦਾ ਹੈਗਾ ਕਿ ਵੀ ਜਦੋਂ ਇਹ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਤੋਂ ਬਾਹਰ ਆ ਗਏ NDA 'ਚੋਂ,
ਤਾਂ ਇਹਨਾਂ ਨੇ ਸ਼ਾਇਦ ਉਦੋਂ ਬਾਅਦ ਕਿਹਾ ਹੈ ਕਿ ਅਸੀਂ 117 ਸੀਟਾਂ ਤੇ ਲੜਾਂਗੇ। ਪਰ ਅੰਦਰ ਖਾਤੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਕਿ ਭਾਜਪਾ ਨੇ ਜਦੋਂ ਕੈਪਟਨ ਸਰਕਾਰ ਬਣ ਗਈ ਸੀਗੀ, ਉਸ ਤੋਂ ਸਾਲ ਕੁ ਬਾਅਦ ਹੀ ਇਹਨਾਂ ਨੇ ਅੰਦਰੋਂ ਅੰਦਰੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਕਿ ਅਸੀਂ ਇਹ ਚੋਣਾਂ ਇਕੱਲੇ ਤੌਰ ਤੇ ਲੜਾਂਗੇ। ਕਿਉਂਕਿ ਜਿੰਨਾ ਕਿ ਮੈਂ ਗਰਾਊਂਡ 'ਚੋਂ ਪਤਾ ਕੀਤਾ ਕਿ ਇਹਨਾਂ ਨੇ ਜਿਸ ਤਰ੍ਹਾਂ ਦਾ ਵਰਕ ਕਰਨਾ ਸ਼ੁਰੂ ਕੀਤਾ ਸੀ ਧਰਾਤਲ ਤੇ, ਉਹ ਤੋਂ ਲੱਗਦਾ ਹੈ ਕਿ ਵੀ ਇਹ ਤਿਆਰੀ ਦੇ ਮੂਡ ਸੀ। ਹੁਣ ਵੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਤਾਂ ਇਹ ਠੀਕ ਹੈ ਕਿ ਹੁਣ ਖੁੱਲ੍ਹੇ ਤੌਰ ਤੇ ਕਿਸਾਨਾਂ ਨੇ ਇਹਨਾਂ ਨੇ ਨਿਕਲਣਾ ਜਿਹੜਾ ਘਰਾਂ 'ਚੋਂ ਬੰਦ ਕਰ ਦਿੱਤਾ, ਪਰ ਫਿਰ ਵੀ ਇਹ ਲੱਗੇ ਹੋਏ ਨੇ। ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ 23,000 ਪੋਲਿੰਗ ਬੂਥ ਨੇ, ਉਹਨਾਂ 'ਚੋਂ ਇਹਨਾਂ ਨੇ 16,000 ਬੂਥ ਹੈ ਜਿਹੜੇ ਕਵਰ ਕਰ ਲਏ ਨੇ। ਇਹਨਾਂ ਨੇ ਇੱਕ ਸਿਸਟਮ ਬਣਾ ਲਿਆ ਕਿ ਹਰ ਬੂਥ ਤੇ ਇੱਕ ਇਹਨਾਂ ਨੇ ਬੂਥ ਇੰਚਾਰਜ ਲਗਾ ਦਿੱਤਾ। ਫਿਰ 5-5 ਬੂਥ ਇਕੱਠੇ ਕਰਕੇ ਇਹਨਾਂ ਨੇ ਉਹਨੂੰ ਇੱਕ ਸ਼ਕਤੀ ਕੇਂਦਰ ਦਾ ਨਾਮ ਦਿੱਤਾ ਕਿ ਸ਼ਕਤੀ ਕੇਂਦਰ ਹੋਏਗਾ। ਫਿਰ ਸ਼ਕਤੀ ਕੇਂਦਰ ਦਾ ਇੱਕ ਇੰਚਾਰਜ ਲਗਾ ਦਿੱਤਾ। ਫਿਰ ਉਦੋਂ ਬਾਅਦ ਇਹਨਾਂ ਨੇ ਇੱਕ ਵਿਧਾਨ ਸਭਾ ਹਲਕੇ ਨੂੰ 3-3 ਏਰੀਆ ਦੇ ਵਿੱਚ ਵੰਡ ਲਿਆ, ਮੰਡਲ ਕਹਿੰਦੇ ਆ ਜਿਹਨੂੰ। ਉਹਨਾਂ ਦੀ 45 ਮੈਂਬਰੀ ਕਮੇਟੀ ਬਣਾ ਦਿੱਤੀ। ਇਸ ਕਿਸਮ ਦੀ ਤਿਆਰੀ ਤੋਂ ਲੱਗਦਾ ਹੈਗਾ, ਜਿਸ ਤਰ੍ਹਾਂ ਹੁਣ ਬੜੇ ਦਾਅਵੇ ਨਾਲ ਕਹਿੰਦੇ ਨੇ, ਜਿਸ ਤਰ੍ਹਾਂ ਸਟਾਰਟਿੰਗ ਤੁਸੀਂ ਕਿਹਾ ਸੀ ਕਿ ਹੁਣ ਕੀ ਲੋੜ ਪੈ ਗਈ ਇਹਨਾਂ ਨੂੰ ਦਫ਼ਤਰ ਖੋਲ੍ਹਣ ਦੀ। ਹੋ ਸਕਦਾ ਕੋਈ ਇਹਨਾਂ ਦੀ ਗਿਣਤੀ ਮਿੰਤੀ ਪਰਮਿੰਦਰ ਇਸ ਕਿਸਮ ਦੀ ਵੀ ਹੋਵੇ ਕਿ ਅਸੀਂ ਕਿਸਾਨ ਅੰਦੋਲਨ ਨੂੰ ਇਹਦੇ ਵਿੱਚੋਂ ਕੋਈ ਨਾ ਕੋਈ ਰਿਜ਼ਲਟ ਕੱਢ ਕੇ ਕੋਈ ਇਸ ਤਰ੍ਹਾਂ ਦੀ ਸਿਆਸੀ ਕੈਲਕੂਲੇਸ਼ਨ ਕੀਤੀ ਵੀ ਹੋਵੇ ਇਹਨਾਂ ਨੇ ਕਿ ਇਹਦਾ ਬੈਨੀਫਿਟ ਸਾਨੂੰ ਡਾਇਰੈਕਟਲੀ ਮਿਲ ਜਾਵੇ, ਕਿ ਇੱਕਦਮ ਹੀ ਪਾਸਾ ਪਲਟਦੀ ਹੈ। ਜਿਵੇਂ MSP ਦਾ ਹੈਗਾ, ਕਿਸਾਨ ਕਹਿੰਦੇ ਕਿ ਸਾਨੂੰ ਉਹਨੂੰ ਲੀਗਲਾਈਜ਼ ਕਰ ਦਿਓ, ਤਾਂ ਵੀ ਅਸੀਂ ਇਸ ਕਿਸਮ ਦਾ ਕੋਈ ਪੈਂਤੜਾ ਲਈਏ ਜਿਹਦੇ ਨਾਲ ਇੱਕ ਪੂਰੀ ਗੇਮ ਹੈ ਜਿਹੜੀ ਪਲਟ ਜੇ। ਤਾਂ ਨਾਲੋਂ ਨਾਲ ਉਹਨਾਂ ਨੇ ਆਪਣੀ ਇਹ ਤਿਆਰੀ ਹੈ ਜਿਹੜੀ ਸ਼ੁਰੂ ਕੀਤੀ ਹੋਈ ਹੈ। ਇਹ ਕੋਈ ਅੱਜ ਦੀ ਨਹੀਂ, ਅੰਦਰੋਂ ਅੰਦਰੀ ਕਾਫੀ ਦੇਰ ਦੇ ਲੱਗੇ ਹੋਏ ਸੀ। ਅੱਛਾ, ਇੱਕ ਪਾਸੇ ਤਾਂ ਪੰਜਾਬ 'ਚ ਬੜੇ ਲੰਮੇ ਸਮੇਂ ਤੋਂ ਗਰੀਬਾਂ ਨੂੰ ਜਿਹੜਾ ਘਰ ਬਣਾ ਕੇ ਦੇਣ ਲਈ ਸਕੀਮ ਚੱਲ ਰਹੀ ਹੈ। ਉਹਨਾਂ ਨੂੰ ਵੀ ਮਿਲ ਨਹੀਂ ਰਹੇ। ਸਰਕਾਰ ਕਹਿੰਦੀ ਸਾਡੇ ਕੋਲ ਥਾਂ ਨਹੀਂ ਹੈਗੀ। ਸਿਆਸੀ ਪਾਰਟੀਆਂ ਦੇ ਦਫ਼ਤਰਾਂ ਲਈ ਥਾਂ ਆ ਜਾਂਦੀ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਕੀਮ 'ਚ ਫਰਕ ਹੈਗੀ ਹੈ। ਵੈਸੇ ਤਾਂ ਪਰਮਿੰਦਰ ਜਿਵੇਂ ਕਿਹਾ ਜਾਂਦਾ ਹੈਗਾ ਨਾ ਕਿ ਜਿਹੜੀਆਂ ਸਕੀਮਾਂ ਹੁੰਦੀਆਂ ਉਹ ਕਾਗਜ਼ੀ ਫੁੱਲ ਹੁੰਦੀਆਂ ਨੇ, ਕਿ ਕਾਗਜ਼ੀ ਫੁੱਲਾਂ ਤੋਂ ਕਦੇ ਖੁਸ਼ਬੂ ਨਹੀਂ ਆ ਸਕਦੀ। ਤਾਂ ਇਹ ਜਿਹੜੀਆਂ ਜਿੰਨੀਆਂ ਵੀ ਖਾਸ ਕਰਕੇ ਗਰੀਬ ਲੋਕਾਂ ਲਈ ਸਕੀਮਾਂ ਬਣਦੀਆਂ ਨੇ, ਇਹ ਤਾਂ ਸਿਰਫ ਇੱਕ ਤਰ੍ਹਾਂ ਦੀ ਕਾਗਜ਼ੀ ਫੁੱਲ ਬਣ ਕੇ ਰਹਿ ਜਾਂਦੀਆਂ ਨੇ। ਹੁਣ ਜਿਸ ਤਰ੍ਹਾਂ ਆਪਾਂ ਜਿਹੜੀ ਡਾਇਰੈਕਟਲੀ ਜ਼ਮੀਨਾਂ ਨਾਲ ਜੁੜੀ ਹੋਈ ਗੱਲ ਹੈਗੀ ਹੈ, ਉਹ 5-5 ਮਰਲੇ ਦੇ ਪਲਾਟ ਹੈਗੇ ਨੇ। ਹੁਣ ਦਲਿਤ ਲੋਕਾਂ ਨੂੰ, ਜਿਹੜੇ ਲੋਕ ਬੇਘਰ ਹੈ, ਜਿਨ੍ਹਾਂ ਕੋਲੇ ਕੋਈ ਜ਼ਮੀਨ ਦੀ ਵਜ੍ਹਾ ਕਰਕੇ ਘਰ ਨਹੀਂ ਬਣਾ ਸਕਦੇ ਲੈਂਡ ਨਾ ਹੋਣ ਕਰਕੇ, ਤਾਂ ਇਹ ਸਕੀਮ 1972 ਦੀ ਚੱਲ ਰਹੀ ਹੈ ਅਤੇ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 48 ਸਾਲ ਹੋ ਗਏ ਇਸ ਸਕੀਮ ਨੂੰ ਹੋਂਦ 'ਚ ਆਏ ਹੋਏ ਨੂੰ। ਤਾਂ ਹੁਣ ਤੱਕ ਮੈਂ ਜਿਹੜਾ ਡਾਟਾ ਇਕੱਠਾ ਕੀਤਾ ਹੈਗਾ, 98,000 ਲੋਕਾਂ ਨੂੰ ਇਹਨਾਂ ਨੇ ਉਹ ਪਲਾਟ ਹੈ ਜਿਹੜੇ ਅਲਾਟ ਕੀਤੇ ਨੇ, ਪਲਾਟ ਦਿੱਤੇ ਨੇ ਮੁਫਤ ਦੇ ਵਿੱਚ 5-5 ਮਰਲੇ ਦੇ। ਉਹ 98,000 ਦੇ ਵਿੱਚੋਂ 70,000 ਲੋਕਾਂ ਨੇ ਉਹਨਾਂ 'ਤੇ ਮਕਾਨ ਉਸਾਰੇ ਨੇ, ਚਾਹੇ ਥੋੜ੍ਹੇ ਉਸਾਰੇ ਨੇ ਚਾਹੇ ਬਹੁਤੇ ਉਸਾਰੇ ਨੇ, ਜਿੰਨੀ ਵੀ ਜਗ੍ਹਾ ਮਿਲੀ। ਉਹਨਾਂ 'ਚੋਂ ਤਕਰੀਬਨ 10,000 ਪਲਾਟ ਇਹੋ ਜਿਹੇ ਨੇ ਜਿਨ੍ਹਾਂ 'ਤੇ ਹੋਰਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ। ਬਹੁਤੇ ਪਲਾਟ ਲੋਕਾਂ ਨੂੰ ਕਾਗਜ਼ਾਂ 'ਚ ਮਿਲ ਗਏ ਨੇ, ਪ੍ਰੈਕਟੀਕਲੀ ਮਿਲੇ ਨਹੀਂ। ਤਾਂ ਮੈਂ ਤਾਂ ਮਾਲਵੇ 'ਚ ਦੇਖਦਾ ਰਿਹਾ ਹਾਂ ਕਿ ਉੱਥੇ ਗਰੀਬ ਲੋਕਾਂ ਦੀ ਕਿਹੋ ਜਿਹੀ ਹਾਲਤ ਹੈ। ਪਸ਼ੂਆਂ ਦੇ ਬਾੜਿਆਂ 'ਚ ਲੋਕ ਰਹਿੰਦੇ ਨੇ, ਜੇ ਉੱਥੇ ਇੱਕ ਥਾਂ ਹੀ ਪਸ਼ੂ ਬੰਨੇ ਨੇ, ਉੱਥੇ ਹੀ ਭੇਡਾਂ ਖੜੀਆਂ ਨੇ, ਉੱਥੇ ਹੀ ਨਾਲ ਲੋਕ ਸੌਂਦੇ ਨੇ। ਈਵਨ ਕਈ ਕੇਸ ਇੱਦਾਂ ਦੇ ਵੀ ਸਾਹਮਣੇ ਆਏ ਕਿ ਸ਼ਮਸ਼ਾਨ ਘਾਟਾਂ 'ਚ ਲੋਕ ਰਹਿ ਰਹੇ ਨੇ ਛੋਟੀ ਛੱਤ ਪਾ ਕੇ। ਕਈ ਜਿਹੜੇ ਸਰਕਾਰੀ ਬੱਸ ਅੱਡੇ ਹੁੰਦੇ ਨੇ ਪਿੰਡਾਂ ਦੇ, ਉਹਨਾਂ ਦੇ ਵਿੱਚ ਬੈਠੇ ਨੇ। ਕੋਈ ਪੁਰਾਣੀਆਂ ਸਰਕਾਰੀ ਬਿਲਡਿੰਗਾਂ ਢਹੀਆਂ ਪਈਆਂ, ਉਹਨਾਂ 'ਚ ਬੈਠੇ ਨੇ। ਤਾਂ ਇਹ ਦਲਿਤ ਲੋਕਾਂ ਦੀ ਇੱਕ ਰਿਹਾਇਸ਼ ਦੀ ਬਹੁਤ ਵੱਡੀ ਸਮੱਸਿਆ ਹੈ, ਕਿ ਬੇਸਿਕ ਸਮੱਸਿਆ ਮਤਲਬ ਬੇਸਿਕ ਨੀਡ ਹੈ ਲੋਕਾਂ ਦੀ, ਜਿਹੜੀ ਸਰਕਾਰ ਅੱਜ ਤੱਕ ਪੂਰਾ ਨਹੀਂ ਕਰ ਸਕੀ। ਤਾਂ ਗਰੀਬ ਲੋਕਾਂ ਨੂੰ ਕਦੇ ਵੀ ਇਹ ਗੱਲ ਜਿਹੜੀ ਸਿਰੇ ਨਹੀਂ ਲੱਗੀ, ਜਿਸ ਤਰ੍ਹਾਂ ਤੁਸੀਂ ਗੱਲ ਸ਼ੁਰੂ 'ਚ ਕਹੀ ਸੀਗੀ। ਤਾਂ ਜਿਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 1997 'ਚ ਬਣੀ ਹੈ, ਤਾਂ ਮੇਰੀ ਯਾਦ ਹੈ ਕਿ ਉਦੋਂ ਵੀ ਬਾਦਲ ਸਾਹਿਬ ਨੇ ਕੀ ਕੀਤਾ ਸੀ ਕਿ ਇੱਕ ਸਰਟੀਫਿਕੇਟ ਤਿਆਰ ਕੀਤੇ ਸੀਗੇ 5-5 ਮਰਲੇ ਦੇ ਜਿਹੜੇ ਪਲਾਟ ਦੇਣੇ ਸੀ, ਉਹਨਾਂ 'ਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਈ ਸੀ। ਤਾਂ ਉਹ ਫੋਟੋ ਵਾਲੇ ਸਰਟੀਫਿਕੇਟ ਮੁੜ ਕੇ ਜਦੋਂ ਚੋਣਾਂ ਆਈਆਂ 2002 ਦੇ ਵਿੱਚ, ਲੋਕਾਂ ਇਕੱਲੇ ਸਰਟੀਫਿਕੇਟ ਹੀ ਰਹਿ ਗਏ ਨੇ। ਇਹ ਨਹੀਂ ਕਿ ਸਾਡੇ ਕੋਲ ਜ਼ਮੀਨ ਨਹੀਂ ਹੈਗੀ, ਪੰਚਾਇਤਾਂ ਕੋਲ ਸ਼ਾਮਲਾਟ ਜ਼ਮੀਨਾਂ ਬਹੁਤ ਹੈਗੀਆਂ ਨੇ, ਪਰ ਸਰਕਾਰ ਦੀ ਨੀਅਤ ਨਹੀਂ ਹੈਗੀ। ਕਿਉਂਕਿ ਸਰਕਾਰ ਨੇ ਸਿਰਫ ਕੀ ਕੀਤਾ, ਇਹ ਸਕੀਮ ਹੈ ਜਿਹੜੀ 5-5 ਮਰਲੇ ਪਲਾਟ ਦੇਣ ਦੀ, ਇਹਨੂੰ ਸਿਰਫ ਸਿਆਸੀ ਰੰਗ ਦਿੱਤਾ ਹੋਇਆ। ਇੱਕ ਜਦੋਂ ਵੀ ਚੋਣਾਂ ਆਉਂਦੀਆਂ ਨੇ ਉਸ ਟਾਈਮ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਥੱਲੇ ਦੇ ਵਿੱਚੋਂ ਕਿ ਜੀ ਤੁਹਾਨੂੰ 5-5 ਮਰਲੇ ਦੇ ਪਲਾਟ। ਪ੍ਰੈਕਟੀਕਲੀ ਕਿਤੇ ਹੁੰਦੇ ਨਹੀਂ। ਮੈਂ ਇੱਕ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 20,000 ਏਕੜ ਜਿਹੜੀ ਪੰਚਾਇਤੀ ਲੈਂਡ ਹੈ, ਜਿਹੜੀ ਵਾਹੀਯੋਗ ਹੈ, ਉਹ ਨਜਾਇਜ਼ ਕਬਜ਼ੇ ਹੇਠ ਹੈ। ਪੰਜਾਬ ਦੇ ਵਿੱਚ ਪਿੰਡਾਂ ਦੇ ਜਿਹੜੇ ਰਸੂਖਵਾਨ ਲੋਕ ਨੇ, ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਮੁੱਖ ਧਿਰਾਂ ਨਾਲ ਜੁੜੇ ਹੋਏ ਨੇ, ਉਹਨਾਂ ਨੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਨੇ।
ਔਰ ਇਹ ਜ਼ਮੀਨ ਜਿਹੜੀ ਇੱਕ ਨਜਾਇਜ਼ ਕਬਜ਼ੇ ਹੇਠ ਹੈ, ਤਕਰੀਬਨ ਇਹਦੀ ਜਿਹੜੀ ਵੈਲਿਊ ਦੇਖੀਏ ਆਪਾਂ, ਮਾਰਕੀਟ ਵੈਲਿਊ ਦੇਖੀਏ, 4000 ਕਰੋੜ ਬਣ ਜਾਂਦੀ ਹੈ। ਜੇ ਅੱਜ ਵੀ ਪੰਚਾਇਤ ਮਹਿਕਮਾ ਇਸ ਜ਼ਮੀਨ ਤੋਂ ਜਿਹੜੇ ਨਜਾਇਜ਼ ਕਬਜ਼ੇ ਹਟਾ ਦੇਵੇ ਤਾਂ ਪੰਚਾਇਤ ਮਹਿਕਮੇ ਨੂੰ 50 ਕਰੋੜ ਰੁਪਈਆ ਸਾਲਾਨਾ ਜਿਹੜੀ ਇੱਕ ਵਾਧੂ ਇਨਕਮ ਹੋਣੀ ਸ਼ੁਰੂ ਹੋ ਸਕਦੀ ਹੈਗੀ ਹੈ। ਉਹ ਕਬਜ਼ੇ ਹਟਾਏ ਨਹੀਂ ਜਾਂਦੇ। ਇਹ ਉਹ ਵਿੱਚ ਹੀ ਜਿਹੜੇ ਧਨਾੜ ਲੋਕ ਹੈ, ਜਿਵੇਂ ਹੁਣ ਮੁੱਖ ਮੰਤਰੀ ਦਾ ਡਿਸਟ੍ਰਿਕਟ ਹੈਗਾ ਪਟਿਆਲਾ, ਉੱਥੇ ਤਕਰੀਬਨ 42-4300 ਏਕੜ ਜ਼ਮੀਨ ਦੇ ਉੱਪਰ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਤਾਂ ਸਰਕਾਰ ਜੇ ਨੀਅਤ ਹੋਵੇ ਤਾਂ ਨਜਾਇਜ਼ ਕਬਜ਼ੇ ਹਟਾ ਕੇ ਤੇ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣੇ ਕੀ ਔਖੇ ਨੇ। ਹੁਣ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਹੋਰਾਂ ਨੇ ਜਾਂ ਪੰਜਾਬ ਸਰਕਾਰ ਨੇ ਕਹਿ ਲਓ ਬਠਿੰਡਾ ਦੇ ਵਿੱਚ ਡਰੱਗ ਪਾਰਕ ਬਣਾਉਣਾ ਹੈਗਾ, ਉੱਥੇ ਥਰਮਲ ਦੀ ਲੈਂਡ ਹੈ 1500 ਏਕੜ, ਉਸ ਨੂੰ 1 ਰੁਪਿਆ ਲੀਜ਼ ਤੇ ਦਿੱਤਾ ਜਾ ਰਿਹਾ ਹੈਗਾ। ਇਹਦਾ ਮਤਲਬ ਹੈ ਕਿ ਵੱਡੇ ਲੋਕਾਂ ਲਈ, ਕਾਰਪੋਰੇਟਾਂ ਲਈ, ਜਿਨ੍ਹਾਂ ਲਈ ਪੰਜਾਬ ਸਰਕਾਰ ਕਹਿੰਦੀ ਹੈ ਅਵਾਨੀਆਂ ਅਡਾਨੀਆਂ ਤੇ ਹੁਣ ਤਵੇ ਲਗਾ ਰਹੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ, ਆਪ ਵੀ ਪੰਜਾਬ ਸਰਕਾਰ ਉਹੀ ਕੁਛ ਕਰ ਰਹੀ ਹੈ। ਤੇ ਸੱਚੀ ਨੀਅਤ ਹੋਵੇ ਤਾਂ ਫਿਰ ਗਰੀਬਾਂ ਲਈ ਕੋਈ ਘਾਟ ਨਾ ਰੜਕੇ। ਨੀਤ 'ਚ ਖੋਟ ਹੈਗੀ ਆ। ਬਿਲਕੁਲ। ਕਿਸਾਨ ਵੀ ਜ਼ਮੀਨ ਬਚਾਉਣ ਲਈ ਹੀ ਸੰਘਰਸ਼ ਕਰ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਜਦੋਂ ਜ਼ਮੀਨਾਂ ਦੀ ਗੱਲ ਹੋ ਰਹੀ ਹੈ, ਕਿਤੇ ਦਿੱਤੀਆਂ ਜਾ ਰਹੀਆਂ ਨੇ, ਉਹ ਬਚਾਉਣ ਲਈ ਕਰ ਰਹੇ ਨੇ। ਤਾਂ ਕਿਸਾਨਾਂ ਦਾ ਵੀ ਤਾਂ ਇਹੀ ਰੌਲਾ ਹੈਗਾ। ਕਿਸਾਨ ਕਿਉਂ ਅੱਜ ਸੜਕਾਂ ਤੇ ਨੇ, ਕਿਉਂ ਦਿੱਲੀ ਵੱਲ ਜਾਣ ਦੀ ਤਿਆਰੀ ਕਰੀ ਜਾਂਦੀ ਹੈ? ਅੱਗੇ ਠੰਡ ਦਾ ਮੌਸਮ ਹੈਗਾ, ਠੰਡ ਦੇ ਵਿੱਚ ਅਸੀਂ ਘਰਾਂ ਦੇ ਵਿੱਚੋਂ ਨਿਕਲਦੇ ਨਹੀਂ। ਦੇਖੋ ਸ਼ਹਿਰੀ ਲੋਕ ਆਪਾਂ ਦੇਖਦੇ ਹਾਂ ਕਿ ਘਰਾਂ 'ਚੋਂ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਠੱਠਰ ਕਰਦੇ ਜਿਹੜੇ ਹੈਗੇ ਦਿੱਲੀ ਵੱਲ ਜਾਣਗੇ, ਉੱਥੇ ਕਿੰਨਾ ਟਾਈਮ ਲੱਗਦਾ ਹੈ, ਜਿਸ ਤਰ੍ਹਾਂ ਉਹ ਤਿਆਰੀ ਕਰ ਰਹੇ ਨੇ। ਉਹਨਾਂ ਦੀ ਜੰਗ ਵੀ ਇਹੀ ਹੈ ਕਿ ਜਿਹੜੀਆਂ ਸਾਡੇ ਕੋਲ ਜ਼ਮੀਨਾਂ ਹੈ, ਘੱਟੇ ਘੱਟੇ ਇਸ ਕਿਸਮ ਦੇ ਕਾਨੂੰਨ ਨਾ ਬਣਾਓ ਕਿ ਭਵਿੱਖ ਦੇ ਵਿੱਚ ਸਾਡੇ ਪੁੱਤ ਪੋਤਿਆਂ ਤੋਂ ਉਹ ਜ਼ਮੀਨਾਂ ਜਿਹੜੀਆਂ ਖੁੱਸ ਨਾ ਜਾਣ ਕਿਤੇ। ਉਹਨਾਂ ਦੀ ਜੰਗ ਹੈ ਜਿਹੜੀ ਜ਼ਮੀਨਾਂ ਬਚਾਉਣ ਦੀ ਜੰਗ ਹੈ। ਕਿਤੇ ਜ਼ਮੀਨ ਵਾਧੂ ਦਿੱਤੀ ਜਾ ਰਹੀ ਹੈ ਦਫ਼ਤਰਾਂ ਲਈ, ਕਿਤੇ ਗਰੀਬ ਲੋਕਾਂ ਲਈ ਜ਼ਮੀਨ ਹੈ ਨਹੀਂ। ਜਿਨ੍ਹਾਂ ਕੋਲ ਜ਼ਮੀਨ ਆਪਦੀ ਨਿੱਜੀ ਸੰਪਤੀ ਹੈਗੀ ਹੈ, ਉਹਨਾਂ ਤੋਂ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਇਹਦੇ ਵਿੱਚ ਦੋਨੇ ਤਰ੍ਹਾਂ ਇਸ ਵੇਲੇ ਤਿਆਰੀ 'ਚ ਲੱਗੀਆਂ ਹੋਈਆਂ ਨੇ। ਜਿਹੜੀ ਸੈਂਟਰ ਗੌਰਮੈਂਟ ਹੈ ਉਹ ਇਸ ਤਿਆਰੀ 'ਚ ਲੱਗੀ ਹੋਈ ਹੈ ਕਿ ਕਿਸਾਨਾਂ ਦੇ ਰਾਹ ਹੈ ਜਿਹੜੇ ਉਹ ਕਿਵੇਂ ਰੋਕੇ ਜਾਣ। ਜਿਸ ਤਰ੍ਹਾਂ ਹੁਣ ਕੱਲ੍ਹ 2 ਦਿਨਾਂ ਤੋਂ ਇਹ ਤੁਸੀਂ ਵੀ ਦੇਖਿਆ ਹੋਊਗਾ ਕਿ 4 ਜਿਹੜੇ ਸਟੇਟਾਂ ਹੈਗੀਆਂ ਉਹਨਾਂ ਦੇ ਵਿੱਚ ਕਰੋਨਾ ਦਾ ਜਿਹੜਾ ਖੌਫ ਹੈ ਉਹ ਵੱਧ ਕੇ ਦਿਖਾਇਆ ਜਾ ਰਿਹਾ। ਹੋ ਸਕਦਾ ਹੋਵੇ ਵੀ, ਜਿਹਦੇ ਵਿੱਚ ਹਰਿਆਣਾ ਵੀ ਸ਼ਾਮਲ ਹੈ। ਦਿੱਲੀ ਦੇ ਵਿੱਚ ਵੀ ਕੇਜਰੀਵਾਲ ਨੇ ਜਿਹੜੇ ਕੁਛ ਜੁਰਮਾਨੇ ਫਿਕਸ ਕੀਤੇ ਹੈ ਕਿ ਮਾਸਕ ਨਹੀਂ ਪਾਓਗੇ। ਇਸ ਕਿਸਮ ਦਾ ਮਾਹੌਲ ਘੜਿਆ ਜਾ ਰਿਹਾ ਹੈ ਕਿ ਕਰੋਨਾ ਦੇ ਨਾਂ ਹੇਠ, ਕਿ ਜਦੋਂ ਭਾਜਪਾ ਦੇ ਬਿਹਾਰ ਦੇ ਇਲੈਕਸ਼ਨ ਦੀ ਜਿੱਤ ਹੋਈ ਸੀ ਭਾਜਪਾ ਦੀ, ਤਾਂ ਉਦੋਂ ਕਿੱਡੇ ਵੱਡੇ ਜਸ਼ਨ ਹੋਏ ਦਿੱਲੀ ਦੇ ਵਿੱਚ, ਕਿੰਨਾ ਇਕੱਠ ਹੋਇਆ, ਕਿੰਨੇ ਲੋਕਾਂ ਨੇ ਮਾਸਕ ਪਹਿਨਿਆ ਹੋਇਆ ਸੀ। ਜੇ ਜਸ਼ਨ ਮਨਾਏ ਜਾ ਸਕਦੇ ਹੈ ਤਾਂ ਪ੍ਰੋਟੈਸਟ ਕਰਨਾ ਤਾਂ ਸਾਡਾ ਇੱਕ ਡੈਮੋਕ੍ਰੇਟਿਕ ਰਾਈਟ ਹੈ। ਲੋਕ ਕੋਈ ਇਲੀਗਲ ਐਕਟ ਥੋੜ੍ਹੇ ਹੀ ਕਰ ਰਹੇ ਨੇ। ਆਪਣੇ ਹੱਕਾਂ ਲਈ, ਆਪਣੀ ਮੰਗ ਨੂੰ ਲੈ ਕੇ ਦਿੱਲੀ ਜਾਣ ਲਈ ਮਜਬੂਰ ਹੋ ਰਹੇ ਨੇ। ਪਹਿਲਾਂ ਉਹਨਾਂ ਨੇ ਇਹ ਨਹੀਂ ਕਿ ਰਾਤੋਂ ਰਾਤ 1 ਅਕਤੂਬਰ ਤੋਂ ਕਿਸਾਨ ਜਿਹੜੇ ਸੜਕਾਂ 'ਤੇ ਨਿਕਲੇ ਹੋਏ ਨੇ। ਸਰਕਾਰ ਨੇ ਅਜੇ ਤੱਕ ਸਿਵਾਏ ਇੱਕ ਮੰਤਰੀ ਪੱਧਰ ਦੀ ਮੀਟਿੰਗ ਕਰਨ ਤੋਂ ਕਿੰਨਾ ਟਸ ਤੋਂ ਮਾਸੀ ਨਹੀਂ ਹੋਈ ਸਰਕਾਰ। ਹੁਣ ਰੇਲਵੇ ਵਾਲੀ ਗੱਲ ਹੈ, ਜਿਸ ਤਰ੍ਹਾਂ ਚੀਫ ਮਿਨਿਸਟਰ ਨੇ ਕੱਲ੍ਹ ਨੂੰ ਮੀਟਿੰਗ ਸੱਦ ਲਈ ਹੈ, ਜਿਹੜੀਆਂ 30 ਕਿਸਾਨ ਧਿਰਾਂ ਨੇ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ, ਕਿਉਂਕਿ ਹੁਣ ਮਸਲਾ ਖੇਤੀ ਕਾਨੂੰਨਾਂ ਤੋਂ ਪਹਿਲਾਂ ਰੇਲ ਮਾਰਗਾਂ ਦਾ ਆ ਗਿਆ ਕਿ ਰੇਲਾਂ ਚਲਾਈਆਂ ਜਾਣ। ਕਿ ਕਿਸਾਨ ਕਹਿੰਦੇ ਕਿ ਅਸੀਂ ਯਾਤਰੀ ਟ੍ਰੇਨਾਂ ਪਹਿਲਾਂ ਨਹੀਂ ਚਲਾਉਣੀਆਂ, ਅਤੇ ਉੱਧਰੋਂ ਅੜੀਅਲ ਵੀ ਹੈ ਜਿਹੜਾ ਉਹ ਸੈਂਟਰ ਨੇ ਫੜ ਲਿਆ ਹੈਗਾ। ਔਰ ਜਿਹਦੀ ਸਟੇਟ ਲੀਡਰਸ਼ਿਪ ਹੈ ਭਾਜਪਾ ਦੀ, ਉਹਨੇ ਹੁਣ ਸੈਕੰਡ ਰਾਊਂਡ ਦੀ ਜਿਹੜੀ ਗੱਲਬਾਤ ਹੈ ਸੈਂਟਰ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਹੁਣ ਮੈਨੂੰ ਲੱਗਦਾ ਕਿ ਘੱਟੋ ਘੱਟ 26 ਤਰੀਕ ਤੋਂ ਪਹਿਲਾਂ ਤਾਂ ਕੋਈ ਮੀਟਿੰਗ ਹੋਣ ਨਹੀਂ ਲੱਗੀ। ਅਤੇ ਸਾਡੀ ਸਟੇਟ ਨੂੰ ਇਸ ਗੱਲ ਦਾ ਫਿਕਰ ਪਿਆ ਹੁਣ ਕਿ ਸਾਡਾ ਜਿਹੜੇ ਆਰਥਿਕਤਾ ਨੂੰ ਬੜੀ ਵੱਡੀ ਸੱਟ ਵੱਜੀ ਹੈ। ਜਿਸ ਤਰ੍ਹਾਂ 30,000 ਕਰੋੜ ਦਾ ਇਕੱਲਾ ਇੰਡਸਟਰੀ ਦਾ ਲਾਸ ਦੱਸਿਆ ਜਾ ਰਿਹਾ। ਤਾਂ ਸਟੇਟ ਗੌਰਮੈਂਟ ਵੀ ਨਹੀਂ ਹੁਣ, ਕਿਉਂਕਿ ਚੀਫ ਮਿਨਿਸਟਰ ਨੇ ਵੀ ਕਿਹਾ ਕਿ ਅਸੀਂ ਦਿੱਲੀ ਜਾਵਾਂਗੇ, ਤਾਂ ਚੀਫ ਮਿਨਿਸਟਰ ਦਾ ਸ਼ਾਇਦ ਪਹਿਲਾਂ ਜਾਣ, ਪਰ ਕਿਸਾਨ ਹੈ ਜਿਹੜੇ ਉਹ ਵੀ ਪੂਰੀ ਤਿਆਰੀ ਜੁਟੇ ਹੈ ਕਿ ਟਰੈਕਟਰਾਂ ਟਰਾਲੀਆਂ 'ਤੇ ਅਸੀਂ ਸਮੇਤ ਰਾਸ਼ਨ ਹੈ ਜਿਹੜੇ ਦਿੱਲੀ ਜਾਵਾਂਗੇ। ਜੇ ਰੋਕਿਆ ਗਿਆ ਤਾਂ ਅਸੀਂ ਨੈਸ਼ਨਲ ਹਾਈਵੇ 'ਤੇ ਬੈਠਾਂਗੇ। ਅਸੀਂ ਉਹਨਾਂ ਟਾਈਮ ਬੈਠਾਂਗੇ ਜਿੰਨਾ ਟਾਈਮ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ। ਸੋ ਦੋਸਤੋ, ਅੱਜ ਗੱਲਬਾਤ ਦਾ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਇੱਕ ਨਵੇਂ ਮੁੱਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਧੰਨਵਾਦ।